ਉਹ ਚ ਗੁਣ ਹੀ ਗੁਣ ਭਰ ਦਿੰਦੇ ਨੇ। ਗੁਣਵੰਤਿਆਂ ਗੁਣ ਦੇ ਜੇ ਕੋਈ ਪਹਿਲਾਂ ਤੋਂ ਹੀ ਗੁਣ ਵਾਲਾ ਉਸ ਬੰਦੇ ਨੂੰ ਬ੍ਰਹਮ ਗਿਆਨੀ ਕਹਿੰਦਾ ਹੋਰ ਗੁਣ ਲੈ ਲੈ ਭਾਈ, ਉਹਨੂੰ ਹੋਰ ਗੁਣ ਦਿੰਦੇ ਨੇ। ਜੇ 2 ਗੁਣ ਨੇ ਤਾਂ ਤੇਰੇ 'ਚ 4 ਕਰ ਦਿੰਦੇ ਆ, 4 ਵਾਲੇ ਨੂੰ 6 ਗੁਣਾ ਵਾਲਾ ਬਣਾ ਦਿੰਦੇ ਆ, ਜਾਂ ਉਹ ਗੁਣ ਦੇ ਦਿੰਦੇ ਨੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋ, ਉਹ ਜਿਹਾ ਨਹੀਂ ਕੋਈ ਸੁਝਦਾ ਜਿਹੜਾ ਬ੍ਰਹਮ ਗਿਆਨੀ ਦੇ ਉੱਤੇ ਪਰਉਪਕਾਰ ਕਰੇ, ਜਿਹੜਾ ਬ੍ਰਹਮ ਗਿਆਨੀ ਨੂੰ ਕਹੇ ਮੈਂ ਤੇਰੇ ਉੱਤੇ ਪਰਉਪਕਾਰ ਕਰਦਾ ਹਾਂ। ਜਿਵੇਂ ਭਾਈ ਗੜੀਆ ਸੀ, ਭਾਈ ਦੌਲੇ ਨੇ ਜਦੋਂ ਉਹਦੇ ਕੋਲੋਂ ਪਾਠ ਸੁਣਿਆ ਸ੍ਰੀ ਸੁਖਮਨੀ ਸਾਹਿਬ ਦਾ, ਦੇਖਿਆ ਭਾਈ ਗੜੀਏ ਦੀ ਜੁੱਤੀ ਟੁੱਟੀ ਹੋਈ ਹੈ, ਤੁਰਿਆ ਜਾ ਰਿਹਾ। ਮੁਸਲਮਾਨ ਫਕੀਰ ਸੀ ਦੌਲਾ ਮਿੱਤਰ ਉਹਦਾ, ਕਹਿੰਦਾ ਵੀ ਜੁੱਤੀ ਸਿੱਖ ਦੀ ਟੁੱਟੀ ਹੋਈ ਹੈ, ਬਈ ਬੜਾ ਤਰਸ ਆਇਆ ਮਨ 'ਚ, ਕਿਉਂ ਨਾ ਇਹਨੂੰ ਮੈਂ 2 ਖਰੀਦੀਆਂ ਸਿੱਧੀਆਂ ਆਪਣੇ ਕੋਲੋਂ ਦੇ ਦਿਆਂ, ਵਿਚਾਰਾ ਜੁੱਤੀ ਟੁੱਟੀ ਪਾਈ ਫਿਰਦਾ, ਮਹਾਰਾਜ ਨੇ ਜੁੱਤੀ ਲੈ ਕੇ ਤੈਨੂੰ। ਭਾਈ ਗੜੀਏ ਨੇ ਉੱਥੇ ਹੀ ਪਾਠ 12 ਅਸ਼ਟਪਦੀਆਂ ਸੰਪੂਰਨ ਕਰਕੇ ਵਿੱਚੋਂ ਹੀ, ਭਾਈ ਦੌਲਿਆ ਇਹ ਕੀ ਸੋਚ ਲਿਆ ਤੂੰ? ਕਹਿੰਦੇ ਕਿਉਂ, ਜੁੱਤੀ ਟੁੱਟੀ ਪਾਈ ਹੋਈ ਹੈ ਤੁਸੀਂ? ਕਹਿੰਦੇ ਆਉ ਨਾ ਸੋਚੀ ਵੀ ਮੇਰੇ ਗੁਰੂ ਨੇ ਮੈਨੂੰ ਕੁਝ ਦਿੱਤਾ ਨਹੀਂ, ਮੈਂ ਸਿੱਖ ਨੂੰ ਰਿੱਧੀਆਂ ਸਿੱਧੀਆਂ ਦੇ ਦਿਆਂ। ਅੱਜ ਜਰਾ ਅੱਖਾਂ ਬੰਦ ਕਰ ਆਪਣੀਆਂ। ਜਦ ਅੱਖਾਂ ਬੰਦ ਕੀਤੀਆਂ ਤਾਂ ਕਹਿੰਦੇ ਖੋਲ ਆਪਣੀਆਂ ਅੱਖਾਂ। ਜਦ ਅੱਖਾਂ ਖੋਲੀਆਂ ਸਾਰੇ ਪਹਾੜ ਹੀ ਸੋਨੇ ਦੇ ਬਣਾਤੇ, ਸਾਰੇ ਗੀਟੀਆਂ ਜਿੰਨੀਆਂ ਸੀ ਹੀਰੇ ਮੋਤੀ ਜਵਾਹਰਾਤ ਬਣਾਤੇ। ਕਹਿੰਦੇ ਲੈ ਚੁੱਕ ਲੈ, ਭਰ ਲੈ ਜੇਬਾਂ ਜਿਹੜੀਆਂ ਭਰਨੀਆਂ ਨੇ। ਪੈਰਾਂ ਤੇ ਡਿੱਗ ਪਿਆ, ਰੋਣ ਲੱਗ ਪਿਆ ਦੌਲਾ। ਭਾਈ ਸਾਹਿਬ ਇੰਨੀ ਸ਼ਕਤੀ ਇੰਨੀ ਗੁਪਤ ਰੱਖੀ ਹੋਈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਲੱਗਿਆ ਸੀ ਉਹਦੇ ਤੇ ਪਰਉਪਕਾਰ ਕਰਨ, ਰਿੱਧੀਆਂ ਸਿੱਧੀਆਂ ਦੇਣ। ਜਦ ਉਲਟ ਕੇ ਇੰਨਾ ਕੁਝ ਦਿਖਾਇਆ ਤਾਂ ਦੌਲਾ ਚੁੱਪ ਕਰ ਗਿਆ। ਇਸ ਕਰਕੇ ਬ੍ਰਹਮ ਗਿਆਨੀ ਤੇ ਕਦੇ ਪਰਉਪਕਾਰ ਕਰਨ ਦੀ ਮਹਿਸੂਸ ਨਾ ਕਰੇ ਲੋੜ ਵੀ ਮੈਂ ਸੰਤਾਂ ਤੇ ਪਰਉਪਕਾਰ ਕਰਦਿਆਂ। ਉਹਨਾਂ ਕੋਲ ਜਿੰਨਾ ਕੁਝ ਹੁੰਦਾ ਉਹਨਾਂ ਕੋਲ ਕਿਸੇ ਕੁਛ ਨਹੀਂ ਹੈ। ਇਸ ਕਰਕੇ ਨਾ ਤਾਂ ਆਪਾਂ ਅਕਾਲ ਪੁਰਖ ਤੇ ਪਰਉਪਕਾਰ ਕਰਦੇ ਹਾਂ ਕੋਈ। ਜੇ ਕੋਈ ਕਹੇ ਮੈਂ ਇੱਥੇ ਆਉਣਾ ਮੈਂ ਗੁਰੂ ਗ੍ਰੰਥ ਸਾਹਿਬ ਤੇ ਪਰਉਪਕਾਰ ਕਰਦਾ, ਇਹ ਤਾਂ ਆਪਣੇ ਤੇ ਪਰਉਪਕਾਰ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਸ਼ ਆਪਣੇ ਤੇ ਪਰਉਪਕਾਰ ਕਰਦੇ ਨੇ, ਆਪਾਂ ਕਿਸੇ ਦੇ ਕੀ ਪਰਉਪਕਾਰ ਕਰਨਾ ਹੈ। ਇਹ ਪੁਰਾਣੇ ਟਾਈਮਾਂ ਦੇ ਅਰਥ ਨੇ। ਮੈਂ ਸੋਚਿਆ ਚਲੋ ਇੱਕ ਵਾਰੀ ਸੰਗਤ ਨੂੰ ਇਹ ਵੀ ਸੁਣਾ ਹੀ ਦੇਵਾਂ। ਵੈਸੇ ਮੇਰਾ ਅੰਦਰੋਂ ਬਿਲਕੁਲ ਮਨ ਨਹੀਂ ਸੀ ਮੰਨਦਾ। ਮੈਂ ਕਹਿਣਗੇ ਪਤਾ ਨਹੀਂ ਇਹ ਕੀ ਬੋਲੀ ਜਾਂਦਾ, ਪਤਾ ਨਹੀਂ ਇਧਰੋਂ ਲਿਆਈ ਜਾਂਦਾ, ਪਤਾ ਨਹੀਂ ਇਧਰੋਂ ਕੀ ਕਰੀ ਜਾਂਦਾ। ਇਹ ਅਸਲ ਵਿੱਚ ਜਿਵੇਂ ਹੈ ਨਾ B.Ed ਵਾਲੇ ਤੇ M.Ed ਵਾਲੇ, ਉਹਨਾਂ ਦੀ ਪੜ੍ਹਾਈ ਹੈ ਇਹ। ਵੈਸੇ ਬਹੁਤ ਹਾਈ ਕਲਾਸ ਚੀਜ਼ਾਂ ਹੁੰਦੀਆਂ ਨੇ। ਜੇ ਆਮ ਬੰਦੇ ਨੂੰ ਸੁਣਾਈ ਉਹ ਪਤਾ ਕੀ ਕਹਿੰਦਾ, ਇਹ ਕੋਈ ਅਰਥ ਨੇ ਇਹਨਾਂ ਦਾ ਤਾਂ ਐਵੇਂ ਹੀ ਲਾਈ ਜਾਂਦੇ ਨੇ ਕੋਲੋਂ ਹੀ ਇਹ। ਇਸ ਕਰਕੇ ਆਮ ਸੰਗਤ ਦੀ ਚੀਜ਼ ਨਹੀਂ ਹੈ, ਵੈਸੇ ਸਿਵਲ ਦੀ ਚੀਜ਼ ਨਹੀਂ ਹੈ ਇਹ। ਤਾਂ ਜਿਵੇਂ ਵੱਡਿਆਂ ਦੀਆਂ ਚੀਜ਼ਾਂ, ਉਹਨਾਂ ਵਿੱਚ ਜੇ ਅਸੀਂ ਵਿਦਾਂਤੀਆਂ ਕੋਲ ਇਹ ਸੁਣਾਈਏ, ਜਿਵੇਂ ਹਰਿਦੁਆਰ ਵਾਲੇ ਮਹਾਂਪੁਰਸ਼ਾਂ ਨੇ ਹਰੀ ਨਾਰਾਇਣ ਗ੍ਰੰਥ ਬਣਾਇਆ ਉਪਦੇਸ਼, ਬੜੀ ਡੂੰਘੀ ਚੀਜ਼ ਆ ਉਹ। ਸਿਰਫ ਉਹਨੂੰ ਵਿਦਵਾਨ ਆਦਮੀ ਸਮਝ ਸਕਦਾ, ਉਹ ਵੀ ਜਿਹੜੇ ਵਿਦਵਾਨ ਦੂਸਰੀ ਪਾਸੇ ਦੇ ਨੇ। ਇੱਕ ਅੱਜ ਕੱਲ੍ਹ ਦੇ ਵਿਦਵਾਨ ਨੇ ਉਹ ਵੱਖਰੀ ਕਿਸਮ ਦੇ ਨੇ, ਉਹ ਹੋਰ ਢੰਗ ਨਾਲ ਚੱਲਦੇ ਨੇ। ਪੁਰਾਣੇ ਵਿਦਵਾਨਾਂ ਦੇ ਢੰਗ ਨਾਲ ਇਹ ਅਰਥ ਸੁਣਾਏ ਨੇ। ਪਸੰਦ ਆ ਜਾਣ ਤਾਂ ਬਹੁਤ ਚੰਗੀ ਗੱਲ ਹੈ, ਜੇ ਨਾ ਪਸੰਦ ਆਉਣ ਤਾਂ ਦੱਸ ਦਿਓ, ਮੁੜ ਕੇ ਆਪਾਂ ਨਾ ਕਰਾਂਗੇ ਇਹ ਜਿਹੇ ਅਰਥ, ਆਪਾਂ ਫਿਰ ਸਿੱਧੇ ਸਿੱਧੇ ਤੁਰੇ ਜਾਵਾਂਗੇ। ਸੋ ਇਸ ਕਰਕੇ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਆਓ ਪਿਆਰ ਸਤਿਕਾਰ ਨਾਲ 2 ਮਿੰਟ ਨਾਮ ਜਪ ਲਈਏ ਵਾਹਿਗੁਰੂ ਦਾ। ਵਾਹਿਗੁਰੂ ਵਾਹਿਗੁਰੂ। ਲੜਕੇ ਨੂੰ ਸ਼ਰਵਣ ਕਰਾਈ ਨਾਮ ਮੇਰੇ ਬੱਚੇ ਨੂੰ। ਫਿਰ ਜਦੋਂ ਜਨਮ ਲਵੇ ਉਹਦਾ ਇਸ਼ਨਾਨ ਕਰਾਉਂਦੀ ਹੋਈ ਵਾਹਿਗੁਰੂ ਵਾਹਿਗੁਰੂ ਕਰੀ ਤੇ ਮੈਨੂੰ ਆਵਾਜ਼ ਦੇ ਦੇਈ। ਰਾਤ 1-1:30 ਵਜੇ ਦੇ ਕਰੀਬ ਮਹਾਂਪੁਰਖਾਂ ਨੇ ਜਨਮ ਲਿਆ। ਬੋਲੀ ਨਹੀਂ, ਵਾਹਿਗੁਰੂ ਵਾਹਿਗੁਰੂ ਕਰਦੀ ਨੇ ਇਸ਼ਨਾਨ ਕਰਾ ਕੇ। ਕਾਫੀ ਸਾਰੀ ਰੂੰ ਰੱਖੀ ਹੋਈ ਸੀ, ਰੂੰ ਦੇ ਵਿੱਚ ਬੱਚਾ ਲਪੇਟ ਕੇ ਉਹਦੀਆਂ ਅੱਖਾਂ ਦੇ ਉੱਤੇ ਵੀ ਰੂੰ ਰੱਖ ਲਿਆ। ਕਹਿੰਦੇ ਅੱਖਾਂ ਖੁੱਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਉਣੇ ਆ। ਮੈਂ ਇਹਨੂੰ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਟਿਕਾਵਾਂਗਾ। ਫਿਰ ਉਦੋਂ ਤੱਕ ਇਸ਼ਨਾਨ ਪਾਣੀ ਕਰਦਿਆਂ 3 ਵੱਜ ਗਏ। 3 ਵਜੇ ਤੱਕ ਫਿਰ ਸਰੂਪ ਪ੍ਰਕਾਸ਼ ਸੀ ਘਰ ਦੇ ਵਿੱਚ ਪਰੇ, ਸਹਿਜ ਪਾਠ ਨਾਲ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਪਹਿਲਾਂ ਮੱਥਾ ਟਿਕਾਇਆ। ਅੱਖਾਂ ਖੋਲੀਆਂ ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ।
ਅੰਮ੍ਰਿਤ ਤਿਆਰ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ। 5 ਬੂੰਦਾਂ ਉਹਦੇ ਮੁੱਖ ਵਿੱਚ ਪਾਈਆਂ, ਸਿਰ ਵਿੱਚ ਪਾਈਆਂ, ਅੱਖਾਂ ਵਿੱਚ ਪਾਈਆਂ। 5 ਵਾਰੀ ਉਹਦੇ ਕੰਨ ਵਿੱਚ ਵਾਹਿਗੁਰੂ 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 ਕਿਹਾ। ਕਹਿ ਲਓ ਹੁਣ ਇਹਨੂੰ ਦੁੱਧ ਪਿਆਓ। ਇਹ ਬਣ ਗਿਆ ਗੁਰੂ ਦਾ ਸਿੱਖ। ਤੇ ਸਾਡੇ ਇੱਥੇ ਟੀਵੀ ਲੱਗਿਆ ਹੁੰਦਾ, ਪੁੱਠੇ ਕੰਮ ਹੁੰਦੇ ਨੇ, ਵਧਾਈਆਂ। ਪਹਿਲਾਂ ਹੀ ਬੱਚੇ ਦੇ ਜਨਮ ਲੈਂਦਿਆਂ ਹੀ ਦਾਦੀ ਫੜਾਊਗੀ 101 ਰੁਪਈਆ, ਪਹਿਲਾਂ ਹੀ ਮਾਇਆ ਚ ਉਲਝਾ ਦਿੰਦੇ ਨੇ ਉਹਨੂੰ। ਜੇ ਬੱਚੇ ਨੂੰ ਗੁਰਸਿੱਖ ਬਣਾਉਣਾ ਤਾਂ ਪਹਿਲਾਂ ਇਸ ਤਰ੍ਹਾਂ ਦੀ ਰੀਤੀ ਕਰੋ ਕਿ ਉਹਨੂੰ ਸ਼ਰਵਣ ਜਿਹੜਾ ਹੈ ਨਾ, ਸ਼ਰਵਣ ਹੋਵੇ ਜੋ ਸਭ ਤੋਂ ਪਹਿਲਾ ਅੱਖਰ ਜਿਹੜਾ ਉਹਦੇ ਕੰਨਾਂ 'ਚ ਪੈ ਗਿਆ ਉਹੀ ਪ੍ਰਭਾਵ ਜ਼ਿੰਦਗੀ ਭਰ ਰਹਿੰਦਾ। ਸੋ ਮਹਾਰਾਜ ਕਹਿੰਦੇ ਸ਼ਰਵਣ ਦੀ ਮਹਿਮਾ ਸਾਰਿਆਂ ਨਾਲੋਂ ਵੱਡੀ ਹੈ। ਸੁਣਿਆ ਇਸ ਪਾਠ ਦੀ ਸੁਧਾਈ ਰੱਖਣੀ ਆਪਣੇ ਦੀ। ਸੁਣੀਏ ਸਿੱਧ ਪੀਰ ਸੁਰਨਾਥ ਨਹੀਂ ਕਰਨਾ। ਸੁਣੀਏ ਸੁਣੀਏ, ਇਹ ਸੁਣੀਏ ਅੱਖਰ ਕੀ ਹੋਇਆ? ਸਧਾਰਨ ਤੌਰ ਤੇ ਆਪਾਂ ਬਿਲਕੁਲ ਠੀਕ ਬੋਲਦੇ ਹਾਂ। ਆਮ ਤੌਰ ਤੇ ਦੇਖੋ, ਆਪਾਂ ਤੁਰੇ ਜਾਂਦੇ ਆ, ਕੋਈ ਬੰਦਾ ਮਿਲਦੇ ਆ, ਉਹਨੂੰ ਕਹਿੰਦੇ ਮੈਂ ਸੁਣਿਆ ਤੁਹਾਡੇ ਘਰ ਲੜਕਾ ਹੋਇਆ, ਮੈਂ ਸੁਣਿਆ ਤੂੰ ਬਾਹਰਲੇ ਦੇਸ਼ ਜਾ ਰਿਹਾ, ਮੈਂ ਸੁਣਿਆ ਤੁਹਾਡੇ ਪਿਤਾ ਜੀ ਬਿਮਾਰ ਨੇ। ਉੱਥੇ ਬੜੇ ਸਹੀ ਬੋਲਦੇ ਆ, ਮੈਂ ਸੁਣਿਆ। ਜਦੋਂ ਇੱਥੇ ਸੁਣਿਆ ਬੋਲਣਾ ਪੈਂਦਾ ਉਦੋਂ ਕਹਿੰਦੇ ਸੁਣੀਏ ਸਿੱਧ ਪੀਰ ਸੁਰਨਾਥ। ਉਦੋਂ ਅਣਾਣੇ ਬਿਹਾਰੀ ਈੜੀ ਲਾਤੀ, ਉਹਨੂੰ ਲਾਤੀ, ਐੜਾ ਖਤਮ ਕਰਤਾ ਤੇ ਸਿਹਾਰੀ ਮੁਕਾਤੀ। ਸੁਣੀਏ ਇਹ ਕੀ ਹੋਇਆ? ਇਸ ਕਰਕੇ ਸੋਝੀ ਕਰਕੇ ਬੋਲੋ ਥੋੜਾ ਜਿਹਾ। ਸੁਣਿਆ। ਚੌਥੇ ਪਾਤਸ਼ਾਹ ਨੂੰ ਸਿੱਖ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਲਿਖਿਆ ਸੁਣਿਆ ਸਿੱਧ ਪੀਰ ਸੁਰਨਾਥ, ਇਹ ਕੀ ਸੁਣਿਆ? ਮਹਾਰਾਜ ਨੇ ਫਿਰ ਇਸ ਸ਼ਬਦ ਨੂੰ ਸਪਸ਼ਟ ਕੀਤਾ। ਨਾ ਇਹ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੈ। ਨਾ ਇਹ ਸੁਣਿਆ ਨਵ ਨਿਧ ਮਿਲੈ, ਮਨ ਚਿੰਦਿਆ ਪਾਵੈ। ਨਾ ਇਹ ਸੁਣਿਆ ਨਾਉ ਉਪਜੈ। ਨਾ ਇਹ ਸੁਣਿਆ, ਇਹਦੀਆਂ ਮਹਾਰਾਜ ਨੇ 3 ਪੌੜੀਆਂ ਉਚਾਰਨ ਕੀਤੀਆਂ। ਨਾ ਇਹ ਸੁਣਿਆ, ਨਾ ਇਹ ਸੁਣਿਆ, ਕਿ ਨਾਮ ਦੇ ਸੁਣਨ ਕਰਕੇ। ਹੁਣ ਆਓ, ਨਾਮ ਦੇ ਸੁਣਨ ਕਰਕੇ ਸਿੱਧ ਬਣਦਾ। ਇਹ ਤਾਂ ਐ ਆ ਕਿ ਨਾਮ ਜਿਹੜਾ ਨਾਮ ਤਾਂ ਇਸ ਤਰ੍ਹਾਂ ਜਿਵੇਂ ਕਿਸੇ ਬੰਦੇ ਕੋਲੇ 100 ਰੁਪਈਆ ਹੈ, ਬਸ 100 ਰੁਪਏ ਦਾ ਕੋਈ ਕੁਝ ਵੀ ਖਰੀਦੇ, 100 ਰੁਪਏ ਦਾ ਕੋਈ ਕੁਝ ਵੀ ਖਰੀਦ ਸਕਦਾ, ਇਹ ਉਹਦੀ ਮਰਜ਼ੀ ਹੈ। ਕੋਈ 100 ਦੀ ਗੰਦਗੀ ਵੀ ਖਾ ਸਕਦਾ, ਕੋਈ 100 ਦਾ ਅੰਮ੍ਰਿਤ ਵੀ ਖਾ ਸਕਦਾ, ਕੋਈ 100 ਦੀ ਰੋਟੀ ਵੀ ਲਿਆ ਸਕਦਾ, ਕੋਈ 100 ਦੀਆਂ ਟੌਫੀਆਂ ਵੀ ਖਾ ਸਕਦਾ, ਕੋਈ 100 ਦੇ ਫਲ ਵੀ ਖਾ ਸਕਦਾ, ਕੋਈ 100 ਗੋਲਕ ਵਿੱਚ ਵੀ ਪਾ ਸਕਦਾ, ਕੋਈ ਸੇਵਾ ਵਿੱਚ ਵੀ ਲਾ ਸਕਦਾ, ਕੋਈ ਲੰਗਰ ਵਿੱਚ ਵੀ ਪਾ ਸਕਦਾ। 100 ਰੁਪਈਆ ਸਿਰਫ। ਉਹ ਕਿੱਥੇ ਕਿੱਥੇ ਵਰਤਿਆ ਜਾਂਦਾ ਉਹਦੇ ਆਧਾਰ ਤੇ ਉਹਨੂੰ ਕਿਹਾ ਜਾਂਦਾ ਇਹ 100 ਰੁਪਈਆ ਗਵਾਇਆ, ਇਹ 100 ਰੁਪਈਆ ਖੂਹ 'ਚ ਪਾਇਆ, ਇਹ 100 ਰੁਪਈਆ ਭਲੇ ਤੇ ਲਾਇਆ, ਇਹ 100 ਰੁਪਈਏ ਦੀ ਮਠਿਆਈ ਲਿਆਇਆ। ਹੁਣ ਆਪਾਂ ਕਹਿੰਦੇ ਆ ਉਹਨੂੰ। ਇਹ ਜਿਹੜਾ ਨਾਮ ਹੈ, ਨਾਮ ਤਾਂ ਨਾਮ ਧਨ ਹੈ। ਹੁਣ ਨਾਮ ਧਨ ਕੀਤਾ ਜਿਸ ਨੇ ਵੀ ਇਸ ਨੂੰ ਜਪਿਆ, ਰਾਮ ਰਾਮ, ਓੰ ਓੰ, ਵਾਹਿਗੁਰੂ ਵਾਹਿਗੁਰੂ, ਕੋਈ ਵੀ ਜਪਿਆ। ਹੁਣ ਜਿਹੜੇ ਸਿੱਧ ਲੋਕ ਨੇ, ਜਿਹਨੇ ਸਿੱਧ ਬਣਨ ਦੀ ਇੱਛਾ ਕਰ ਲਈ ਕਿ ਮੈਂ ਸਿੱਧ ਬਣਨਾ, ਮੈਂ ਕਿੱਦਾਂ ਬਣਾ? ਤਾਂ ਮਹਾਰਾਜ ਕਹਿੰਦੇ ਸੁਣਿਆ। ਨਾਮ ਦੇ ਸੁਣਨ ਨਾਲ ਹੀ ਬੰਦਾ ਸਿੱਧ ਬਣ ਜਾਂਦਾ, ਜੇ ਉਹਦਾ ਸੰਕਲਪ ਹੋਵੇ ਸਿੱਧ ਬਣਨ ਦਾ। ਤਾਂ ਜੇ ਸਿੱਖ ਬਣਨ ਦਾ ਸੰਕਲਪ ਹੈ ਤਾਂ ਸਿੱਖ ਬਣ ਜਾਂਦਾ। ਨਾਮ ਨੇ ਤਾਂ ਆਪਣੇ ਕੰਮ ਨੂੰ ਕਰਨਾ, ਤੁਹਾਡੇ ਸੰਕਲਪ ਨੂੰ ਨਾਮ ਨੇ ਪੂਰਾ ਕਰਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਤੇ ਨਾਮ। ਕ੍ਰੌਂਚਦੀਪ ਦੇ ਉੱਤੇ ਜਦੋਂ ਸ਼ਿਵ ਜੀ ਪਾਰਵਤੀ ਨੂੰ ਅਮਰ ਕਥਾ ਸੁਣਾ ਰਹੇ, ਅਕਾਲ ਪੁਰਖ ਦੀ ਕਥਾ, ਅਮਰ ਕਥਾ, ਪਰਮੇਸ਼ਰ ਬਾਰੇ ਜਦੋਂ ਕੋਈ ਵਿਚਾਰ ਚੱਲਦੇ ਹੋਣ, ਪਾਰਵਤੀ ਨੂੰ ਆਲਸ ਹੋ ਗਿਆ, ਸੌਂ ਗਈ। ਸਮੁੰਦਰ ਦੇ ਕਿਨਾਰੇ ਬੈਠੇ ਸੀ, ਇੱਕ ਬੜਾ ਵੱਡਾ ਮਗਰਮੱਛ ਇਹ ਕਥਾ ਸੁਣਨ ਲੱਗ ਪਿਆ।
कि 2 ਵਾਰੀ ਆਉਂਦਾ, ਇੱਕ ਤੋਤੇ ਨੇ ਵੀ ਸੁਣੀ ਸੀ। ਜਦੋਂ ਮਗਰਮੱਛ ਸੁਣਦਾ, ਪਾਰਵਤੀ ਨੂੰ ਜਾਗ ਆਈ, ਨੂੰ ਦੇਖਿਆ ਮਗਰਮੱਛ ਤਾਂ ਕਦੇ ਇੱਕ ਜਗ੍ਹਾ ਟਿਕਦਾ ਹੀ ਨਹੀਂ, ਇਹ ਤਾਂ ਹਿੱਲੀ ਜਾਂਦਾ ਰਹਿੰਦਾ। ਕਹਿਣ ਲੱਗੀ ਇਹ ਮਗਰਮੱਛ ਇੰਨੇ ਟਿਕਾ ਵਿੱਚ ਕਿਵੇਂ ਬੈਠਾ? ਕਹਿੰਦੇ ਪਾਰਵਤੀ ਤੂੰ ਤਾਂ ਸੌਂ ਗਈ, ਇਹਨੇ ਨਾ ਅਮਰ ਕਥਾ ਸੁਣੀ ਹੈ, ਇਸ ਕਰਕੇ ਇਹ ਹੁਣ ਬਹੁਤ ਉੱਚੀ ਪਦਵੀ ਦਾ ਮਾਲਕ ਹੋ ਗਿਆ। ਸ਼ਰਵਣ ਕੀਤਾ ਇਹਨੇ, ਮੈਂ ਬੋਲਿਆ ਇਹਨੇ ਸੁਣਿਆ। ਹੁਣ ਇਹਦੇ ਪੇਟ ਵਿੱਚੋਂ ਸਿੱਧ ਪੈਦਾ ਹੋਵੇਗਾ, ਇੱਕ ਮੱਛ ਦੇ ਪੇਟ ਵਿੱਚੋਂ ਮਾਛਿੰਦਰ ਨਾਥ ਪੈਦਾ ਹੋਇਆ। ਸੋ ਇਸ ਕਰਕੇ ਇਹ ਸਿੱਧ ਪੈਦਾ ਹੋਇਆ ਨਾ, ਸੁਣਿਆ ਸਿੱਧ ਨਾਮ ਦੇ ਸੁਣਨੇ ਕਰਕੇ। ਕਿਉਂਕਿ ਸਿੱਧ ਵੀ ਤਾਂ ਓੰ ਨੂੰ ਸੁਣਦੇ ਨੇ, ਸ਼ਰਵਣ ਕਰਦੇ ਨੇ, ਇਸ ਕਰਕੇ ਉਹ ਦਸਮ ਦੁਆਰ 'ਚ ਆਪਣੇ ਸਵਾਸ ਚੜਾ ਲੈਂਦੇ ਨੇ। ਨਾਮ ਦੇ ਸੁਣਨ ਨਾਲ ਹੀ ਪੀਰ ਬਣਦਾ। ਹੁਣ ਸਿੱਧ ਇੱਕ ਵੱਖਰਾ ਧਰਮ ਹੈ, ਪੀਰ ਹੁਣ ਮੁਸਲਮਾਨਾਂ ਵਿੱਚ ਹੁੰਦੇ ਨੇ। ਪੀਰ ਜਿੰਨੇ ਵੀ ਬਣੇ ਨੇ ਇਹ ਤਸਬੀਹ ਫੇਰ ਕੇ ਅੱਲਾ ਦਾ ਜਾਪ ਕਰਕੇ ਸ਼ਕਤੀ ਨੂੰ ਪ੍ਰਾਪਤ ਹੋਏ ਨੇ। ਨਾਮ ਪਰਮੇਸ਼ਰ ਦਾ ਹੀ ਹੈ। ਸੁਰ ਜਿਹੜੇ ਦੇਵਤੇ ਨੇ, ਦੇਵਤੇ ਵੀ ਨਾਮ ਨੂੰ ਸ਼ਰਵਣ ਕਰਦੇ ਨੇ। ਨਾਮ ਸੁਣ ਸੁਣ ਕੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਵਤੇ ਵੈਸੇ ਵੀ ਨਾਮ ਨੂੰ ਸੁਣਦੇ ਰਹਿੰਦੇ ਨੇ। ਇਹ ਕਿਉਂਕਿ ਇਹ ਸਾਰੀਆਂ ਦਿਵ ਸ਼ਕਤੀਆਂ ਹੁੰਦੀਆਂ, ਨਜ਼ਰ ਤਾਂ ਨਹੀਂ ਆਉਂਦੀਆਂ ਆਪਾਂ ਨੂੰ, ਇਹ ਅੰਦਰਲੇ ਸੰਸਾਰ ਦੀਆਂ ਕੁਝ ਗੱਲਾਂ ਹੋਰ ਨੇ। ਆਮ ਤੌਰ ਤੇ ਦੇਵਤੇ ਗੁਰਬਾਣੀ ਨੂੰ ਜ਼ਿਆਦਾ ਸੁਣਦੇ ਨੇ। ਜਦ ਦੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ ਹੈ, ਉਦੋਂ ਦਾ ਇਹ ਕਥਾ, ਕੀਰਤਨ, ਵਾਹਿਗੁਰੂ ਮੰਤਰ ਇੱਧਰ ਨੂੰ ਜ਼ਿਆਦਾ ਧਿਆਨ ਕਰਦੇ, ਕਿਉਂਕਿ ਉਹ ਸਿਆਣੇ, ਉਹਨਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਨੇ। ਜਿਹੜਾ ਮੰਤਰ ਉਹਨਾਂ ਨੇ ਦਿੱਤਾ ਹੈ ਉਹਦੇ ਨਾਲ ਬੰਦੇ ਦਾ ਭਲਾ ਹੁੰਦਾ। ਇਸ ਕਰਕੇ ਜਿੱਥੇ ਵੀ ਗੁਰਬਾਣੀ ਦਾ ਉਚਾਰਨ ਹੁੰਦਾ ਹੈ ਉੱਥੇ ਅੱਛੀਆਂ ਰੂਹਾਂ ਹਮੇਸ਼ਾ ਆ ਕੇ ਪਾਠ ਨੂੰ ਸ਼ਰਵਣ ਕਰਦੀਆਂ, ਕਿਉਂਕਿ ਸੁਣਨ ਦੀ ਮਹਿਮਾ ਦਾ ਉਹਨਾਂ ਨੂੰ ਪਤਾ ਹੈ। ਨਾਥ ਨਾਮ ਸ਼ਰਵਣ ਕਰਨੇ ਕਰਕੇ ਹੀ ਨਾਥ ਬਣਦੇ। 9 ਨਾਥ ਨੇ, ਚਰਪਟ ਨਾਥ, ਘੁੱਗੂ ਨਾਥ ਆਦਿਕ, ਇਹਨਾਂ ਨਾਥ ਮਾਲਕ ਨੂੰ ਕਹਿੰਦੇ ਨੇ। ਨਾਥ ਵੱਡਾ ਹੁੰਦਾ, ਜਿਵੇਂ ਜਥੇਦਾਰ ਹੁੰਦਾ, ਨਾਥ ਮਾਲਕ ਹੁੰਦਾ ਡੇਰੇ ਦਾ, ਸ਼੍ਰੋਮਣੀ ਹੁੰਦਾ ਜਿਵੇਂ, ਇਸ ਤਰ੍ਹਾਂ 9 ਨਾਥ ਵੱਡੇ ਹਨ। ਸ਼ਰਵਣ ਕਰਦੇ ਨੇ ਨਾਮ ਨੂੰ, ਨਾਮ ਸ਼ਰਵਣ ਕਰਕੇ ਹੀ ਨਾਥ ਬਣ ਗਏ। ਹੁਣ ਆਪਾਂ ਚੱਲੀਏ ਨਾਥ ਕੋਲੇ। ਨਾਥ ਕਿਵੇਂ ਬਣੇ? ਕਹਿੰਦਾ ਨਾਮ ਨੂੰ ਸੁਣਨੇ ਕਰਕੇ। ਤੁਸੀਂ ਦੇਵਤਾ ਕਿਵੇਂ ਬਣੇ? ਨਾਮ ਸੁਣ ਕੇ। ਪੀਰ ਨੂੰ ਪੁੱਛੋ ਤੁਸੀਂ ਪੀਰ ਕਿਵੇਂ ਬਣੇ? ਕਹਿੰਦਾ ਨਾਮ ਸੁਣ ਕੇ। ਸਿੱਧ ਵੀ ਕਹਿੰਦਾ ਮੈਂ ਨਾਮ ਨੂੰ ਸ਼ਰਵਣ ਕਰਕੇ ਹੀ ਇਹ ਅਵਸਥਾ ਪ੍ਰਾਪਤ ਕੀਤੀ। ਸੋ ਮਹਾਰਾਜ ਕਹਿੰਦੇ ਆਓ ਬਈ, ਜਿਹਨੇ ਇਹਦੇ ਚੋਂ ਜੋ ਵੀ ਬਣਨਾ ਹੈ ਨਾਮ ਨੂੰ ਸ਼ਰਵਣ ਕਰਕੇ ਬਣ ਜਾਓ। ਨਾਮ ਸ਼ਰਵਣ ਦੀ ਮਹਿਮਾ ਹੈ। ਬਾਲਕ ਨੇ ਜਿਵੇਂ ਸਾਰਿਆਂ ਨਾਲੋਂ ਪਹਿਲਾ ਅੱਖਰ ਸੁਣਿਆ ਉਹ ਬੋਲਿਆ, ਇਸੇ ਪ੍ਰਕਾਰ ਜਦ ਗੁਰੂ ਘਰ 'ਚ 5 ਪਿਆਰੇ ਅੰਮ੍ਰਿਤ ਛਕਾ ਕੇ ਨਵਾਂ ਜਨਮ ਦਿੰਦੇ ਨੇ, ਸਿੱਖ ਤੋਂ ਸਿੰਘ ਸਜਾਉਂਦੇ ਨੇ, ਤਾਂ 5 ਪਿਆਰੇ ਵੀ ਪਹਿਲਾਂ ਉਹਨੂੰ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਾਉਂਦੇ ਨੇ। ਅੰਮ੍ਰਿਤ ਛਕਾਉਂਦਿਆਂ ਸਾਰ ਸਿੱਖਿਆ ਦਿੰਦੇ ਨੇ। ਇਸ ਕਰਕੇ ਸ਼ਰਵਣ ਦੀ ਮਹਿਮਾ ਭਾਰੀ ਹੈ। ਸੁਣਿਆ ਧਰਤ ਧਵਲ ਆਕਾਸ਼। ਪਹਿਲਾਂ ਤਾਂ ਸੁਣ ਕੇ ਹੀ ਪਤਾ ਲੱਗਦਾ ਹੈ ਕਿ ਧਰਤੀ ਕਿੱਡੀ ਵੱਡੀ ਹੈ, ਕਿੰਨੇ ਗੇੜੇ ਕੱਢਦੀ ਹੈ। ਧੌਲਾ ਬਲਦ ਕੀ ਚੀਜ਼ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ। ਫਿਰ ਆਕਾਸ਼ ਬਾਰੇ ਸੁਣ ਕੇ ਹੀ ਪਤਾ ਲੱਗਦਾ। ਪਹਿਲਾਂ ਸ਼ਰਵਣ ਦੀ ਆਉ ਮਹਿਮਾ ਜਾਣ ਲਓ। ਫਿਰ ਸੁਣਿਆ ਧਰਤੀ ਵੀ ਨਾਮ ਨੂੰ ਸੁਣਦੀ ਹੈ। ਹੁਣ ਜਿਹੜੀ ਕਥਾ ਹੋ ਰਹੀ ਹੈ, ਸਿਮਰਨ ਕਰਾਂਗੇ, ਇਹਦੇ ਨਾਲ ਧਰਤੀ ਸ਼ਰਵਣ ਕਰਦੀ ਹੈ। ਧਰਤੀ ਜਿੱਥੇ ਸ਼ਰਵਣ ਕਰਦੀ ਹੈ, ਵੈਸੇ ਤਾਂ ਮਿੱਟੀ ਬਹੁਤ ਪਈ ਹੈ, ਪਰ ਇੱਥੇ ਆ ਕੇ ਹੀ ਕਿਉਂ ਮਿੱਟੀ ਆਪਾਂ ਲਾਉਨੇ ਮਸਤਕ ਨੂੰ? ਇੱਥੋਂ ਦੀ ਧਰਤੀ ਪਵਿੱਤਰ ਹੋ ਚੁੱਕੀ। ਸਤਿਗੁਰੂ ਦੇ ਚਰਨ ਪਏ ਨੇ, ਸੰਗਤ ਦੇ ਚਰਨ ਪਏ ਨੇ, ਧਰਤੀ ਪਵਿੱਤਰ ਹੁੰਦੀ ਹੈ। ਧਵਲ ਜਿਹੜਾ ਧੌਲਾ ਬਲਦ ਕੌਣ ਹੈ? ਧਰਮ। ਧਰਮ ਕਾਹਦੇ ਆਸਰੇ ਚੱਲਦਾ? ਨਾਮ ਦੇ ਆਸਰੇ। ਤੇ ਆਕਾਸ਼ ਜਿਹੜਾ
आकाश बिन थम्मा गगन रहाया, आकाश थले नहीं डिगदा, तारे इन्ने एकदम डिग पैण थले नूं, सब सर्वनाश हो जाए। पर महाराज कहने नाम दे आसरे आकाश खड़ा है। बड़ी वड्डी शक्ति है नाम। धरती कदे टकराउंदी नहीं किसी चीज नाल, इन्ने जुगां तो घुमदी आ रही है। इस करके महाराज कहने ने कि जो बोलत है मेरे गमीन पंखेरू, सो बिन हर जापत है नहीं होर। सारे ਉਹਦਾ जाप करते, धरत पाताल आकाश है मेरी जिंदड़िए, सब हर हर नाम ध्यावै राम। धरती बोलती है पर आपां नूं नहीं सुनती, महात्मा नूं सुन जाती। हुण महात्मा कहते ने धरती रोज इन्ना उच्ची उच्ची हाय हाय करती है भई मैं चली हाँ थले नूं। परमेश्वर कहने हौसला रख, हौसला रख, जल्दी तेरा कोई भला करांगे। कहनी पाप ही इन्ना हो रहा मेरे को झलिया नहीं जाता। धरती हमेशा जो पापां नाल ग्रस जाती है, कलमल होई मेदनी अरदास करे लिव लाए। आ तां जिहड़े सत्संग हुंदे ने, नाम जपे जाते ने, इन्हां दा माड़ा मोटा धरती नूं फिर आसरा बनया रहिंदा। इसे प्रकार धवल जिहड़ा धवल धौल धर्म ते थले धरती दे थले पताल वल नूं इशारा कीता। इउं है कि गुरु नानक साहब दे एक एक अखर विच बड़ा कुछ हुंदा है, आम बंदे नूं तां उन्ना कुछ समझना ही औखा हो जांदा। ये जिहड़ा धवल लिखिया ना, हुण समझो भी धरती ते आकाश ते धवल विचाले कित्थों आ गए इत्थे। ये धवल दा मतलब ही पताल है। जिहड़े पताल दे विच ने वो भी नाम नूं ही श्रवण करदे ने, ते जिहड़े आकाशाचारी ने, आकाश विच विचरण वाले ने, वो भी नाम नूं ही श्रवण करदे ने। इस करके सतगुरु महाराज कहने ने जिहड़े भी जीव नाम नूं श्रवण करदे ने, हर जगह दे उत्ते उन्हां दा धरत जिहड़ी धरती बुद्धि है, आकाश जिहड़ा हिरदा है, धवल धौले बलद बलद दा रंग हुंदा चिट्टा, उन्हां दी बुद्धि अते उन्हां दा हिरदा जिवें कहने दुੱਧ वांगू चिट्टा हो गया, शुद्ध हो गया। नाम दे श्रवण करन नाल शरीर रूपी धरती, बुद्धि रूप धरती अते आकाश दसम द्वार, आकाश जिहड़ा साडा हिरदा है, ये धौले बलद वांगू शुद्ध हो जाता है, चिट्टा हो जाता है। धरती भी नाम की महिमा ही कहती है। जदों धरती दे कोल कोई जाके पूछे कि तू काहदे आसरे खड़ी है, धरती कहती नाम दे आसरे, नाम दे आसरे धरती खड़ी है। जिवें विश्वामित्र जी का वशिष्ठ मुनि का आपस में मिलाप होया, एक दूजे नूं भेटा रखनी सी। विश्वामित्र जी नूं बड़ा हंकार है, 58,000 साल की तपस्या, ऐ कहते लो जी मैं तुहानूं भेटा करदा, 58,000 दी साल की तपस्या। वशिष्ठ मुनि कहते मैं 4 घड़ियां दा सतसंग दा फल तुहानूं दिंदा हां, भेटा करदा। क्यों? महात्मा एक दूजे नूं मिले ने। पर विश्वामित्र कहण लगे मैं तुहानूं 58,000 साल का तप रखे, तुसीं 4 घड़ियां दा सतसंग का फल रख के मेरी निरादरी कीती है। वशिष्ठ जी कहने नहीं, 4 घड़ियां सतसंग का फल बहुत ज्यादा वड्डा, ये तुहानूं भुलेखा। कहने मैं इस गल नूं मनण नूं तैयार नहीं। ब्रह्मा विष्णु महेश इंद्र देवता कईयां कोल गए फैसला कराउण, हुण दोवें वड्डे मुनि ने, फैसला कौन करे? अखीर पताल विच चले गए। जदों पताल दे विच गए, शेषनाग नूं जाके पुछदे ने 4 घड़ियां सतसंग वड्डा है जां 58,000 साल का तप वड्डा? शेषनाग कहन लग्या सारी धरती का भार मेरे सिर ते है। जिहदे सिर ते 5 मन भार होवे वो बंदे नूं गल नहीं आवड़दी, ते सारी धरती का भार चुक्या होया मैं तुहानूं किवें दस सकदा? तुसी अपना तप दा फल दिओ, धरती खड़ी हो जाए, मैं थल्लियों अपने निकल के फिर तुहानूं दा फल दस सकदा। उन्होंने अपना
5000 ਵਰੇ ਦੀ ਤਪੱਸਿਆ ਦਾ ਫਲ ਦਿੱਤਾ ਧਰਤੀ ਨੂੰ। ਧਰਤੀ ਕਿੱਥੇ ਖੜਦੀ ਹੈ? 20 30,000 40 50 58000 ਸਾਲ ਦਾ ਫਲ ਧਰਤੀ ਨੂੰ ਦੇਤਾ, ਉਹਦੇ ਥੱਲੇ ਲਾਤਾ ਵੀ ਖੜ ਜਾਏ, ਧਰਤੀ ਖੜੀ ਨਹੀਂ। ਕਹਿਣ ਲੱਗੇ ਜੀ ਇਹ ਤਾਂ ਧਰਤੀ ਖੜੀ ਨਹੀਂ, ਮੈਂ ਉਪਦੇਸ਼ ਕਿਵੇਂ ਕਰਾਂ ਤੁਹਾਨੂੰ? ਵਸਿਸ਼ਠ ਮੁਨੀ ਨੂੰ ਕਹਿੰਦੇ ਤੁਸੀਂ ਕੋਈ ਆਸਰਾ ਦਿਓ ਧਰਤੀ ਖੜੀ ਹੋ ਜਾਏ। ਵਸਿਸ਼ਠ ਮੁਨੀ ਜੀ ਕਹਿੰਦੇ ਮੈਂ ਇੱਕ ਘੜੀ ਦਾ ਸਤਸੰਗ ਦਾ ਫਲ ਇਹਨੂੰ ਲਾਇਆ। ਜਦ ਇੱਕ ਘੜੀ ਦਾ ਸਤਸੰਗ ਦਾ ਫਲ ਆਇਆ ਤਾਂ ਧਰਤੀ ਅਡੋਲ ਖੜੀ ਹੋ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਧਰਤੀ ਅਡੋਲ ਖੜੀ ਹੋ ਗਈ। ਸ਼ੇਸ਼ਨਾਗ ਸਾਹਮਣੇ ਖੜਾ ਹੋਇਆ, ਕਹਿੰਦੇ ਹਾਂ ਜੀ ਦੱਸੋ ਫਿਰ ਸਾਡਾ ਜਵਾਬ ਦਿਓ। ਵਿਸ਼ਵਾਮਿੱਤਰ ਕਹਿੰਦੇ ਜਵਾਬ ਤਾਂ ਸ਼੍ਰੀਮਾਨ ਜੀ ਦੇ ਚੁੱਕਿਆ ਮੈਂ। ਤੁਸੀਂ 58,000 ਵਰੇ ਦੀ ਤਪੱਸਿਆ ਜਿਹੜੀ ਲਾਈ, ਧਰਤੀ ਖੜੀ ਨਹੀਂ ਹੋਈ। ਇੱਕ ਘੜੀ ਦਾ ਸਤਸੰਗ ਦਿੱਤਾ, ਧਰਤੀ ਖੜੀ ਹੋ ਗਈ। ਤੇ ਤੁਹਾਨੂੰ ਇਹਨਾਂ ਨੇ 4 ਘੜੀਆਂ ਸਤਸੰਗਤ ਦਿੱਤਾ। ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਕਿੰਨਾ ਵੱਡਾ ਫਲ ਹੋਵੇਗਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਤੀ ਨੂੰ ਵੀ ਪੁੱਛ ਲਓ ਵੀ ਧਰਤੀ ਦੱਸ ਕਾਹਦਾ ਫਲ ਵੱਡਾ? ਧਰਤੀ ਕਹਿੰਦੀ ਨਾਮ ਸ਼ਰਵਣ ਦੀ ਮਹਿਮਾ ਦਾ ਫਲ ਵੱਡਾ। ਧੌਲੇ ਬਲਦ ਨੂੰ ਪੁੱਛੋ ਧੌਲਾ ਕੌਣ ਹੈ? ਧੌਲ ਧਰਮ ਦਇਆ ਕਾ ਪੂਤ, ਧਰਮੀ ਪੁਰਸ਼ਾਂ ਨੂੰ ਜਾ ਕੇ ਪੁੱਛੋ ਜਿਹੜੇ ਧਰਮੀ ਬੰਦੇ ਨੇ, ਦੱਸੋ ਜੀ ਮਹਾਤਮ ਕਾਹਦਾ ਵੱਡਾ? ਕਹਿੰਦੇ ਭਾਈ ਸੁਣਨਾ ਸਾਰਿਆਂ ਨਾਲੋਂ ਵੱਡਾ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਮਹਾਰਾਜ ਵੀ ਕਹਿੰਦੇ ਨੇ ਆਕਾਸ਼, ਜੇ ਆਕਾਸ਼ਾਚਾਰੀਆਂ ਨੂੰ ਪੁੱਛੋ, ਆਕਾਸ਼ ਵਿੱਚ ਵਿਚਰਨ ਵਾਲਿਆਂ ਨੂੰ ਪੁੱਛੋ ਤਾਂ ਉਹ ਵੀ ਇਹੀ ਕਹਿਣਗੇ ਕਿ ਸ਼ਰਵਣ ਦੀ ਮਹਿਮਾ ਵੱਡੀ ਹੈ, ਇਸ ਕਰਕੇ ਨਾਮ ਨੂੰ ਸੁਣਿਆ ਕਰੋ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਸਿੱਧਾਂ ਨਾਲ ਚਰਚਾ ਕਰਦੇ ਕਰਦੇ ਇੱਕ ਵਾਰ ਕਾਗ ਭਸੁੰਡ ਦੇ ਕੋਲ ਚਲੇ ਗਏ। ਕਾਗ ਭਸੁੰਡ ਬੜਾ ਪੁਰਾਣਾ ਹੈ, ਬਹੁਤ ਪੁਰਾਣਾ। ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਜੀ ਇਹਦੀ ਇੰਨੀ ਲੰਬੀ ਉਮਰ ਹੈ, ਇਹ ਕਹਿੰਦਾ ਮੈਂ ਕਈ ਰਾਮਚੰਦਰ ਕਈ ਕ੍ਰਿਸ਼ਨ ਦੇਖੇ ਨੇ, ਇਹਦਾ ਮਤਲਬ ਇਹਦੀ ਉਮਰ ਬੜੀ ਲੰਬੀ ਹੈ। ਕਹਿੰਦੇ ਮਹਾਰਾਜ ਇਹਨੂੰ ਪੁੱਛੋ ਇਹਦੀ ਉਮਰ ਲੰਬੀ ਕਿਉਂ? ਮਹਾਰਾਜ ਕਹਿੰਦਾ ਮਰਦਾਨਿਆ ਤੂੰ ਹੀ ਪੁੱਛ। ਕਹਿੰਦੇ ਕਾਗ ਭਸੁੰਡ ਜੀ ਤੁਸੀਂ ਇੰਨੀ ਲੰਬੀ ਉਮਰ ਕਿਵੇਂ ਤੁਹਾਡੀ? ਤੁਹਾਨੂੰ ਬ੍ਰਹਮ ਗਿਆਨ ਕਿਵੇਂ ਹੋ ਗਿਆ? ਕਹਿੰਦੇ ਮੈਂ ਭਾਈ ਜਿੱਥੇ ਵੀ ਕਥਾ ਕੀਰਤਨ ਹੋਵੇ ਮੈਂ ਸ਼ਰਵਣ ਹੀ ਕਰਦਾ ਹਾਂ ਬਸ। ਇਹ ਸੁਣਦਿਆਂ ਸੁਣਦੇ ਹੀ ਮੈਂ ਇੰਨਾ ਵੱਡਾ ਹੋ ਗਿਆ, ਸੁਣਦਿਆਂ ਸੁਣਦੇ ਮੈਨੂੰ ਬ੍ਰਹਮ ਗਿਆਨ ਹੋ ਗਿਆ ਤੇ ਮੇਰੇ 'ਚ ਇੰਨੀ ਸ਼ਕਤੀ ਹੈ, ਜਦੋਂ ਵੀ ਧਰਤੀ ਤੇ ਪਰਲੋਂ ਆਉਂਦੀ ਹੈ, ਅੱਗ ਦੀ ਪਰਲੋਂ ਆ ਗਈ ਤਾਂ ਮੈਂ ਅੱਗ ਦਾ ਰੂਪ ਹੋ ਜਾਂਦਾ। ਫਿਰ ਅੱਗ ਨੇ ਮੈਨੂੰ ਕੀ ਸਾੜਨਾ? ਜੇ ਪਾਣੀ ਦੀ ਪਰਲੋਂ ਆਉਂਦੀ ਮੈਂ ਪਾਣੀ ਦਾ ਰੂਪ ਬਣ ਜਾਂਦਾ, ਫਿਰ ਪਾਣੀ ਨੇ ਮੈਨੂੰ ਕੀ ਡੁਬਾਉਣਾ? ਇਸ ਕਰਕੇ ਇਹ ਨਾਮ ਸ਼ਰਵਣ ਦੀ ਮਹਿਮਾ ਵੱਡੀ। ਕਿਉਂਕਿ ਜਿੰਨਾ ਆਪਣਾ ਰੋਜ਼ ਦਾ ਇਹ ਰੌਲਾ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਨਹੀਂ ਟਿਕਦਾ, ਮਨ ਟਿਕੇ ਕਿਵੇਂ ਜਦ ਤੂੰ ਸੁਣਦਾ ਤਾਂ ਹੈ ਨਹੀਂ। ਮਨ ਕਿਤੇ ਹੁੰਦਾ, ਬਾਣੀ ਕਿਤੇ ਪੜਦਾ ਹੁੰਦਾ, ਸੁਣਦਾ ਤਾਂ ਕੋਈ ਵੀ ਨਹੀਂ। ਆ ਜਿੰਨੇ ਜਣੇ ਆਪਾਂ ਰੋਜ਼ ਕਥਾ ਸੁਣਦੇ ਆਂ, ਆਪਣਾ ਸਧਾਰਨ ਵਿਅਕਤੀ ਨਾਲੋਂ 6 ਮਹੀਨੇ 'ਚ ਹੀ ਬੜਾ ਫਰਕ ਪੈ ਜਾਂਦਾ। ਆ ਹੁਣੇ ਹੀ ਬੜਾ ਫਰਕ ਪੈ ਗਿਆ, ਕਿਉਂਕਿ ਆਪਾਂ ਸੁਣਦੇ ਆਂ। ਜਿਹੜੇ ਬੰਦੇ ਸੁਣਦੇ ਹੀ ਨਹੀਂ, ਦੁਨੀਆ ਨਹੀਂ ਮੈਂ ਸੁਣਨਾ, ਸਵੇਰੇ ਸੁਖਮਨੀ ਸਾਹਿਬ ਵੀ ਨਹੀਂ ਸੁਣਨਾ, ਮੈਂ ਕੁਝ ਸੁਣਨਾ ਹੀ ਨਹੀਂ। ਜਿਹੜਾ ਬੰਦਾ ਸੁਣਦਾ ਹੀ ਨਹੀਂ ਉਹ ਬੰਦਾ ਕੁਝ ਵੀ ਨਹੀਂ ਬਣ ਸਕਦਾ। ਜਿਹੜਾ ਬੰਦਾ ਸੁਣਦਾ ਉਹ ਸੁਣਦਿਆਂ ਸੁਣਦਿਆਂ ਹੀ ਬਹੁਤ ਵੱਡਾ ਬਣ ਸਕਦਾ। ਸੁਣਿਆ ਦੀਪ ਲੋ ਪਾਤਾਲ, ਨਾਮ ਦੇ ਸੁਣਨ ਦੀ ਮਹਿਮਾ। ਦੀਪ 7 ਦੀਪ ਵੀ ਕਹਿੰਦੇ ਨੇ, 7 ਲੋਕ ਵੀ ਕਹਿੰਦੇ ਨੇ, 14 ਲੋਕ ਉੱਪਰਲੇ, 7 ਉੱਪਰਲੇ 7 ਥੱਲੇ ਵਾਲੇ ਤੇ ਪਾਤਾਲ ਵਾਸੀ ਵੀ ਕਹਿੰਦੇ ਨੇ। ਤੇ ਹੁਣ ਸਾਰੇ ਜਾਣੇ ਜਿਹੜੇ ਦੀਪ ਨੇ, ਦੀਪ ਉੱਤੇ ਰਹਿਣ ਵਾਲੇ ਲੋਕ ਨੇ, ਸ੍ਰਿਸ਼ਟੀਆਂ ਵਿੱਚ ਰਹਿਣ ਵਾਲੇ ਲੋਕ ਨੇ, ਪਾਤਾਲਾਂ ਵਿੱਚ ਰਹਿਣ ਵਾਲੇ ਨੇ, ਉਹ ਵੀ ਕਹਿੰਦੇ ਨੇ ਆਪਾਂ ਨੂੰ ਧਰਤੀ ਵਾਸੀਆਂ ਨੂੰ ਭਾਈ ਨਾਮ ਨੂੰ ਸੁਣਿਆ ਕਰੋ ਕੰਨਾਂ ਨਾਲ। ਕੋਸ਼ਿਸ਼ ਕਰੋ ਕਿ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਸੁਣੀ ਜਾਏ। ਦੇਖੋ ਤੁਸੀਂ ਸਤਸੰਗੀ ਹੋ, ਇਸ ਕਰਕੇ ਗੱਲ ਕਹਿ ਰਹੇ। ਆਪਾਂ ਬਾਹਰ ਦੁਨੀਆ ਨੂੰ ਨਹੀਂ ਕਹਿੰਦੇ। ਦੁਨੀਆ ਕਹੇਗੀ ਇਹ ਤਾਂ ਬੜਾ ਔਖਾ, ਅਸੀਂ ਤਾਂ ਪ੍ਰੋਗਰਾਮ ਵੀ ਦੇਖਣੇ ਹੁੰਦੇ ਆ, ਅਸੀਂ ਤਾਂ ਆਹ ਵੀ ਕੰਮ ਕਰਨਾ ਹੁੰਦਾ।
सतसंगी पुरुषो तुसीं सुनिया करो सारा दिन कीर्तन कथा वाहिगुरु वाहिगुरु सुनी जाओ। गुरमुख नादं गुरमुख वेदं गुरमुख रहा समाई। गुरमुख कीर्तन सुनते ने कीर्तन करते ने ज्ञान की गल्लां करते ने ज्ञान की कथा सुनते ने सुणाउंदे ने। गुरमुख फिर समाए रहंदे ने। गुरमुख सुत्तियां पियां भी समाए रहंदे ने। जे तुसी ਇੱਥੇ सतसंगत ਵਿੱਚ ਬਹਿ ਕੇ ਸਿਮਰਨ ਕਰਦੇ ਹੋ ਕਦੇ ਨਾ ਕਦੇ ਤਾਂ ਫਿਰ ਸੁਪਨਾ ਤੁਹਾਨੂੰ ਆਇਆ ਹੀ ਹੋਵੇਗਾ ਵੀ ਸੁੱਤਿਆਂ ਪਿਆਂ ਜਾਪ ਕਰ ਰਿਹਾ ਮੈਂ ਸੰਗਤ 'ਚ ਬੈਠਾ ਹੋਇਆ। ਤਾਈਓ ਸੁਪਨਾ ਆਵੇਗਾ ਜੇ ਪਹਿਲਾਂ ਦੇਖਾਂਗੇ ਕੁਝ। ਜੇ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀ ਜਾਓ ਭਾਵਨਾ ਨਾਲ ਤਾਂ ਸੁਪਨੇ ਵਿੱਚ ਵੀ ਦਰਸ਼ਨ ਹੁੰਦੇ ਰਹਿੰਦੇ ਫਿਰ ਸੁਪਨੇ ਵਿੱਚ ਵੀ ਕਥਾ ਸੁਣਦੇ ਹਾਂ ਸੁਪਨੇ ਵਿੱਚ ਵੀ ਇਉਂ ਸਤਸੰਗਤ ਦਿਖੀ ਜਾਂਦੀ ਹੈ। ਇਹਦੇ ਨਾਲ ਬੜਾ ਅੱਛਾ ਪ੍ਰਭਾਵ ਬਣਦਾ ਹੈ। ਸੁਣਿਆ ਉਹ ਨਾ ਸਕਾ ਕਾਲ। ਫਿਰ ਕਾਲ ਜਿਹੜਾ ਜਮਦੂਤ ਧਰਮ ਰਾਜਾ ਇਹ ਪੋ ਨਹੀਂ ਸਕਦਾ ਦੇਖ ਨਹੀਂ ਸਕਦਾ। ਇੱਕ ਅੰਤਰੀ ਭਾਵ ਇਹ ਵੀ ਹੈ ਸੁਣਿਆ ਦੀਪ ਲੋ ਪਾਤਾਲ ਦਾ ਕਿ ਨਾਮ ਦੇ ਸ਼ਰਵਣ ਕਰਨੇ ਕਰਕੇ ਜਿਹੜਾ ਦੀਪਕ ਵਰਗਾ ਮਨ ਹੈ ਚਲਦਲ ਪਤਲ ਪਟਾਕ ਪਤ। ਚਲਦਲ ਕਹਿੰਦੇ ਕੀੜਿਆਂ ਦੇ ਭੌਣ ਨੂੰ। ਕੀੜਿਆਂ ਦਾ ਭੌਣ ਕਦੇ ਰੁਕਦਾ ਨਹੀਂ ਹੈ। ਨਿਸ਼ਾਨ ਸਾਹਿਬ ਦਾ ਫਰਲਾ ਜਿੰਨੀ ਮਰਜ਼ੀ ਹਵਾ ਬੰਦ ਹੋਵੇ ਤਾਂ ਵੀ ਉੱਪਰਲਾ ਫਰਲਾ ਮਾੜਾ ਮਾੜਾ ਹਿਲਦਾ ਹੀ ਰਹਿੰਦਾ। ਸੋ ਇਸੇ ਪ੍ਰਕਾਰ ਦੀਵੇ ਦੀ ਲਾਟ ਹਿਲਦੀ ਹੀ ਰਹਿੰਦੀ। ਉੱਥੋਂ ਲੈਣੀ ਚੰਚਲਤਾਈ। ਜਿਵੇਂ ਕੀੜਿਆਂ ਦਾ ਭੌਣ ਨਹੀਂ ਖੜਦਾ ਪਿੱਪਲ ਦਾ ਉੱਪਰਲਾ ਪਤਾ ਨਹੀਂ ਟਿਕਦਾ ਉਹ ਹਿਲਦਾ ਹੀ ਰਹਿੰਦਾ। ਨਿਸ਼ਾਨ ਸਾਹਿਬ ਦਾ ਫਰਲਾ ਦੀਵੇ ਦੀ ਲਾਟ ਇਹ ਜਿਵੇਂ ਸਦਾ ਹੀ ਹਿਲਦੇ ਰਹਿੰਦੇ ਨੇ ਇਸ ਤਰ੍ਹਾਂ ਮਨ ਸਦਾ ਹੀ ਹਿਲਦਾ ਰਹਿੰਦਾ।